भगत निज भागी। वाहिगुरु जी का खालसा वाहिगुरु जी की फतेह। गरीब नवाज पतित पावन कृपा दे खजाने कलयुगी जीवां दे उधार करता शब्दा अवतार सतगुरु तखत चबर छत्र दे मालिक धन धन सतगुरु श्री गुरु ग्रंथ साहिब जी महाराज सतगुरां दी पावन पवित्र हजूरी अंदर सज बैठी सज निवाजी गुरु स्वरूप खालसा साध संगत जी ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ। ਗੁਰੂ ਦਰਬਾਰ ਦੀ ਹਾਜ਼ਰੀ ਭਰ ਕੇ ਗੁਰਦੇਵ ਜੀ ਦੇ ਦਰਸ਼ਨ ਕਰਕੇ ਗੁਰੂ ਕੀ ਸੰਗਤ ਕਰਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਪਾਵਨ ਦਰਬਾਰ ਦੀ ਨਿਤਨੇਮ ਮਰਜ਼ਾਦਾ ਅਨੁਸਾਰ ਦੀਵਾਨ ਸਜੇ ਸੋਦਰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਗੁਰੂ ਕੀ ਬਾਣੀ ਦਾ ਕੀਰਤਨ ਆਰਤੀ ਕੀਰਤਨ ਸਦਾ ਆਨੰਦ ਆਪ ਸਿੱਖ ਸੰਗਤਾਂ ਨੇ ਸਰਵਣ ਕੀਤਾ ਹੈ। ਹਜੂਰੀ ਰਾਗੀ ਜਥੇ ਪਾਸੋਂ ਰਸ ਪਿੰਨਾ ਗੁਰੂ ਕੀ ਬਾਣੀ ਦਾ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਕੁਝ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ गुरुदेव महाराज जी ने जो मर्यादा आरंभ की है कथा कीर्तन सुखदाई गुरु के शब्द की विचार गुरु नानक साहब जी के घर की शोभा गुरु घर की वड्याई जो गुरु नानक साहब जी के घर का सुनिया है जो गुरबाणी के द्वारा ये अमृत बचन सतगुरु सच्चे पातशाह जी ने प्रगट करके कलयुगी जीवां दे उद्धार वास्ते परोपकार किया है। कल 8वें पातशाह धन श्री गुरु हरकृष्ण साहब सच्चे पातशाह जी का अवतार गुरपुरब प्रकाश गुरपुरब सी। कल भी हाजरी भरी अज भी कुछ समा महाराज जी के जस दे विच नाल नाल गुरु के शब्द के नाल आपां जुड़दे हां। इसी तरह मानसिक बिरती नूं काबिल करके सरवण करके वडभागे समय का लाहा प्राप्त करना है। बाला प्रीतम सतगुरु श्री गुरु हरकृष्ण साहब सच्चे पातशाह जी जिस वक्त गुरता गद्दी ते महाराज जी सभाईमान होए बेअंत संगतां सतगुरां दे पास दर्शन करने वास्ते कीरतपुर साहिब दे विच आउंदियां ने। सतगुरां दे दर्शन करके जिस डिठे सब दुख जाए सतगुरां दे दर्शन करन दे नाल ही दर्शन डिठे लैन विजोगा जीओ सारे झोरे परेशानियां दुख दलिद्र दूर नाश हो जाते हैं। जदों गुरुदेव सच्चे पातशाह जी ने दिल्ली नूं तैयारी की तो उस समय 50 घोड़ा सवार सतगुरां दे नाल ले आप सतगुरु सच्चे पातशाह जी पालकी साहिब दे विच सतगुरां दे माता जी माता कृष्ण कौर जी रथ दे उत्ते सवार होर सिख सेवक नाल तां उस समय जिहड़ा ते जोत दे नाल जुड़दा सी गुरु की जोत दे नाल ਉਹਦੇ मन ਦੇ ਵਿੱਚ कोई शंका नहीं ਹੁੰਦਾ पर ਜਿਹੜੇ शरीरां ਦੇ ਨਾਲ जुड़े रहे उन्होंने कई कुतर्कां ते शंके उठाए
ਕਿ 5 ਸਾਲ ਦਾ ਬੱਚਾ ਗੁਰੂ ਕਿਵੇਂ ਹੋ ਸਕਦਾ ਹੈ, ਇਹ ਕਿਵੇਂ ਉਪਦੇਸ਼ ਦੇ ਸਕਦਾ ਹੈ, ਜੀਵਾਂ ਦਾ ਉਧਾਰ ਕਿਵੇਂ ਕਰ ਸਕਦਾ ਹੈ। ਪਰ ਜਿਨ੍ਹਾਂ ਨੂੰ ਪਤਾ ਉਹ ਜੋਤ ਦੇ ਨਾਲ ਜੁੜੇ ਨੇ, ਉਹਨਾਂ ਨੂੰ ਪਤਾ ਹੈ ਕਿ ਬਜ਼ੁਰਗ ਅਵਸਥਾ ਦੇ ਵਿੱਚ ਵੀ ਜੋਤ ਰਹੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਵਿੱਚ। ਜਵਾਨ ਅਵਸਥਾ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਇਸੇ ਪ੍ਰਕਾਰ ਦੇ ਨਾਲ ਇਹ ਜੋਤ ਹਰ ਉਮਰ ਸਰੀਰ ਦੇ ਵਿੱਚ ਵਰਤੀ ਹੈ, ਤੇ ਉਹ ਜੋਤ ਛੋਟੇ ਸਰੀਰ ਦੇ ਵਿੱਚ ਵੀ ਵਰਤ ਸਕਦੀ ਹੈ, ਉਧਾਰ ਕਰ ਸਕਦੀ ਹੈ। ਕਈਆਂ ਨੇ ਸ਼ੰਕੇ ਨਿਵਰਤ ਕਰਨ ਵਾਸਤੇ ਪਰਖ ਵੀ ਕੀਤੀ। ਜਦੋਂ ਗੁਰੂ ਹਰਿਰਾਏ ਸਾਹਿਬ ਜੀ ਦੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਨੂੰ ਜਾ ਰਹੇ ਨੇ ਨਾ, ਬੇਅੰਤ ਨਾਲ ਸੰਗਤਾਂ ਨੇ, ਤੇ ਪਾਲਕੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਸਜੇ ਹੋਏ ਨੇ। ਜਦੋਂ ਰੋਪੜ ਪਹੁੰਚੇ, ਲੋਕਾਂ ਨੇ ਵੇਖਿਆ ਕਿ ਬੱਚਾ ਜਿਹਾ ਹੈ ਤੇ ਇਹ ਗੁਰੂ ਮਹਾਰਾਜ ਕਿਵੇਂ ਹੋ ਸਕਦੇ ਨੇ। ਇੱਕ ਕੋਹੜੀ ਸੀਗਾ ਜਿਹਦੇ ਹੱਥ ਪੈਰ ਗਲੇ ਹੋਏ ਸੀ, ਸਰੀਰ ਗਲਿਆ ਜਿਹਾ ਹੋਇਆ ਸੀ। ਉਹਨੂੰ ਸ਼ੰਕੇ ਕਰਨ ਵਾਲਿਆਂ ਲੋਕਾਂ ਨੇ ਕਿਹਾ ਕਿ ਤੂੰ ਗੁਰੂ ਮਹਾਰਾਜ ਆ ਰਹੇ ਨੇ, ਤੇ ਜੇ ਦੁੱਖ ਦਲਿੱਦਰ ਨਾਸ਼ ਕਰਨ ਵਾਸਤੇ ਸਮਰੱਥਾ ਹੋਵੇਗੀ ਤੇ ਤੇਰਾ ਕੋੜ ਦੂਰ ਕਰਕੇ ਵਿਖਾਉਣ, ਤੂੰ ਗੁਰੂ ਮਹਾਰਾਜ ਨੂੰ ਬੇਨਤੀ ਕਰ। ਜਦੋਂ ਸਤਿਗੁਰਾਂ ਦੀ ਪਾਲਕੀ ਜਾ ਰਹੀ ਸੀ, ਉਹ ਕੋੜੀ ਰਸਤੇ ਦੇ ਵਿੱਚ ਖਲੋ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਆਪ ਜੀ ਉਹ ਜੋਤ ਹੋ ਜੋ ਦੀਪਾਲਪੁਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕੋੜੀ ਦਾ ਕੋੜ ਦੂਰ ਕੀਤਾ ਸੀ। ਗੋਂਦਵਾਲ ਸਾਹਿਬ ਦੇ ਵਿੱਚ ਪ੍ਰੇਮੀ ਕੋੜੀ ਦਾ ਤੁਸੀਂ ਕੋੜ ਦੂਰ ਕੀਤਾ ਸੀ ਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਦੇ ਵਿੱਚ। ਮਹਾਰਾਜ ਕਿਰਪਾ ਕਰ ਦਿਓ, ਮੇਰਾ ਵੀ ਕੋੜ ਦੂਰ ਕਰ ਦਿਓ। ਸਿੱਖਾਂ ਨੂੰ ਸਤਿਗੁਰਾਂ ਨੇ ਕਿਹਾ ਪਾਲਕੀ ਰੋਕ ਦਿਓ। ਪਾਲਕੀ ਰੋਕੀ। ਸਤਿਗੁਰਾਂ ਨੇ ਇੱਕ ਰਮਾਲ ਜਿਹੜਾ ਸੀ ਨਾ ਆਪਣੇ ਕੋਲੋਂ ਉਹ ਕੋੜੀ ਨੂੰ ਦਿੱਤਾ। ਮਹਾਰਾਜ ਕਹਿਣ ਲੱਗੇ, ਭਾਵੇਂ ਤੈਨੂੰ ਲੋਕਾਂ ਨੇ ਪਰਖ ਕਰਨ ਵਾਸਤੇ ਸਾਡੇ ਕੋਲ ਭੇਜਿਆ ਹੈ ਨਾ, ਪਰ ਤੇਰਾ ਕੋਈ ਕਸੂਰ ਨਹੀਂ ਹੈ, ਤੂੰ ਤੇ ਸ਼ੋਧੀ ਹੈ। ਤੇਰੇ ਵਿੱਚ ਇਹ ਮਨ ਦੇ ਵਿੱਚ ਕਪਟ ਨੇ ਆ ਰੁਮਾਲ ਆਪਣੇ ਸਰੀਰ ਦੇ ਉੱਤੇ ਫੇਰ। ਜਦੋਂ ਉਸ ਕੋੜੀ ਨੇ ਆਪਣੇ ਸਰੀਰ ਦੇ ਉੱਤੇ ਰੁਮਾਲ ਫੇਰਿਆ, ਉਸੇ ਵਕਤ ਤੇ ਕੋੜ ਜਿਹੜਾ ਦੂਰ ਹੋ ਗਿਆ, ਨਾਸ ਹੋ ਗਿਆ, ਖਤਮ ਹੋ ਗਿਆ। ਸ਼ੰਕੇ ਕਰਨ ਵਾਲਿਆਂ ਦੇ ਜਿਹੜੇ ਸੀ ਉਹ ਸ਼ੰਕੇ ਦੂਰ ਹੋਏ। ਇਸੇ ਢੰਗ ਦੇ ਨਾਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਦਿਆਂ ਚਲਦਿਆਂ ਅੰਬਾਲੇ ਦੇ ਲਾਗੇ ਪੰਜੋਖੜਾ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਹੁੰਚੇ। ਪੜਾਅ ਲੱਗਾ ਉੱਚੀ ਜਗ੍ਹਾ ਤੇ, ਘੋੜੇ ਤੇ ਤੰਬੂ ਲੱਗੇ ਹੋਏ ਨੇ, ਸ਼ਮਿਆਨੇ ਲੱਗੇ ਨੇ, ਘੋੜੇ ਦੂਰ ਤੱਕ ਬੱਧੇ ਹੋਏ ਨੇ, ਪੜਾਅ ਲੱਗਾ ਹੋਇਆ ਹੈ। ਸਵੇਰੋਂ ਸਵੇਰ ਦਾ ਟਾਈਮ ਹੈ, ਸਿੱਖ ਵੀ ਬਾਹਰ ਅੰਦਰ ਜਾ ਰਹੇ ਨੇ। ਇੱਕ ਲਾਲ ਚੰਦ ਨਾਮੇ ਪੰਡਤ ਉੱਥੇ, ਜਿਹਨੇ ਬੜੀ ਵਧੀਆ ਵਿਦਿਆ ਪੜ੍ਹੀ ਹੋਈ ਹੈ ਤੇ ਵਿਦਿਆ ਦਾ ਬੜਾ ਹੰਕਾਰ ਹੈ ਕਿ ਮੇਰੇ ਵਰਗਾ ਕੋਈ ਵਿਦਵਾਨ ਨਹੀਂ। ਉਹ ਬਾਹਰ ਇੱਕ ਸਿੱਖ ਨੂੰ ਮਿਲਿਆ, ਕਹਿਣ ਲੱਗਾ ਕੌਣ ਹੈ ਜਿਹਦਾ ਇੰਨੇ ਨਾਲ ਘੋੜੇ ਨੇ, ਇੰਨੇ ਰਾਜ ਸਾਜ ਹੈ, ਇਹ ਕੌਣ ਹੈ? ਉਹ ਸਿੱਖ ਨੇ ਕਿਹਾ ਇਹ ਗੁਰੂ ਨਾਨਕ ਸਾਹਿਬ ਜੀ ਦੀ 8ਵੀਂ ਜੋਤ ਹੈ, ਦਿੱਲੀ ਨੂੰ ਜਾ ਰਹੇ ਨੇ। ਨਾਮ ਕੀ ਹੈ? ਕਹਿਣ ਲੱਗਾ ਗੁਰੂ ਹਰਿਕ੍ਰਿਸ਼ਨ ਸਾਹਿਬ। ਪੰਡਤ ਨੇ ਕੁਤਰਕ ਕੀਤੀ, ਪੁੱਛਿਆ ਉਮਰ ਕਿੰਨੀ ਹੈ? ਕਹਿਣ ਲੱਗੇ ਬਾਲਕ ਅਵਸਥਾ ਹੀ ਹੈ। ਪੰਡਤ ਕਹਿਣ ਲੱਗਾ ਬਾਲਕ ਅਵਸਥਾ ਦੇ ਵਿੱਚ ਗੁਰੂ ਨਹੀਂ ਹੋ ਸਕਦਾ।
ਦੁਆਪਰ ਯੁੱਗ ਦੇ ਵਿੱਚ ਉਸ ਦੁਆਪਰ ਯੁੱਗ ਦਾ ਅਵਤਾਰ ਕ੍ਰਿਸ਼ਨ ਭਗਵਾਨ ਹੋਇਆ। ਉਹਨੇ ਕ੍ਰਿਸ਼ਨ ਨਾਂ ਰਖਵਾਇਆ। ਇਹਨਾਂ ਨੇ ਨਾਮ ਵੀ ਵੱਡਾ ਰਖਵਾ ਲਿਆ, ਗੁਰੂ ਹਰਿਕ੍ਰਿਸ਼ਨ। ਹਰ ਵੀ ਲਾ ਲਿਆ ਤੇ ਗੁਰੂ ਵੀ ਲਾ ਲਿਆ। ਪਤਾ ਨਹੀਂ ਜਿਹੜੀ ਕ੍ਰਿਸ਼ਨ ਨੇ ਗੀਤਾ ਲਿਖੀ ਹੈ ਉਹਦੇ ਅਰਥ ਵੀ ਕਰਨੇ ਆਉਂਦੇ ਆ ਕਿ ਨਹੀਂ ਆਉਂਦੇ, ਤੇ ਨਾਂ ਕਿੱਡਾ ਵੱਡਾ ਰਖਵਾ ਲਿਆ। ਸਿੱਖ ਕਹਿਣ ਲੱਗਾ, ਗੁਰੂ ਸਮਰੱਥ ਹੈ, ਸ਼ੰਕਾ ਨਾ ਕਰ, ਜੋ ਤੇਰੇ ਕੋਈ ਇੱਛਾ ਜਾ ਕੇ ਪੁੱਛ ਲਾ। ਮਹਾਰਾਜ ਜੀ ਦੇ ਕੋਲ ਪੰਡਤ ਆਇਆ, ਨਮਸਕਾਰ ਤਾਂ ਕੀਤੀ ਪਰ ਅੰਦਰੋਂ ਨਹੀਂ। ਸੀਸ ਨਵਾਇਆ ਕਿਆ ਥੀਏ ਜੇ ਹਿਰਦੈ ਕੁਸੁਧੈ ਜਾਏ। ਮੱਥਾ ਟੇਕ ਕੇ ਕੋਲ ਬੈਠ ਗਿਆ। ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮਾਨ ਸਤਿਕਾਰ ਕੀਤਾ ਕਿ ਪੰਡਿਤ ਜੀ ਆਏ। ਬਿਠਾਇਆ ਕੋਲ। ਉਹਨੇ ਸਵਾਲ ਕੀਤਾ ਕਿ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਹੋਇਆ, ਉਹਨੇ ਆਪਣਾ ਨਿਹਰਾ ਕ੍ਰਿਸ਼ਨ ਨਾਮ ਲਿਖਵਾਇਆ ਸੀ, ਤੇ ਤੁਸੀਂ ਆਪਣਾ ਨਾਮ ਬੜਾ ਤਗੜਾ ਰਖਾਇਆ, ਇੱਕ ਗੁਰੂ ਫਿਰ ਹਰਿਕ੍ਰਿਸ਼ਨ ਨਾਲ ਲਾ ਲਿਆ ਹੈ। ਮਹਾਰਾਜ ਕਹਿਣ ਲੱਗੇ, ਅਸੀਂ ਆਪੇ ਨਹੀਂ ਰੱਖਿਆ। ਜਦੋਂ ਸਾਡਾ ਜਨਮ ਹੋਇਆ ਸੀ, ਸਾਡੇ ਮਾਤਾ ਪਿਤਾ ਜੀ ਨੇ, ਸਾਡੇ ਪਿਤਾ ਗੁਰਦੇਵ ਗੁਰੂ ਹਰਿਰਾਏ ਸਾਹਿਬ ਜੀ ਨੇ ਰੱਖਿਆ ਸੀ ਨਾਂ ਸਾਡਾ, ਅਸੀਂ ਨਹੀਂ ਰੱਖਿਆ। ਤੁਸੀਂ ਗੁਰੂ ਹੋ। ਕਹਿਣ ਲੱਗੇ, ਮਹਾਰਾਜ ਕਹਿਣ ਲੱਗੇ, ਅਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਸੇਵਾਦਾਰ। ਫਿਰ ਤੁਹਾਨੂੰ ਜੇ ਤੁਸੀਂ ਐਡੇ ਵੱਡੇ ਸਮਰੱਥ ਹੋ ਤੇ ਜਿਹੜੀ ਕ੍ਰਿਸ਼ਨ ਭਗਵਾਨ ਨੇ ਗੀਤਾ ਲਿਖੀ ਹੈ ਅਰਜੁਨ ਦੇ ਪ੍ਰਥਾਏ, ਉਹਦੇ ਅਰਥ ਕਰ ਸਕਦੇ ਹੋ। ਮਹਾਰਾਜ ਜੀ ਨੇ ਸੋਚਿਆ ਕਿ ਜੇ ਅਸੀਂ ਇਹਨੂੰ ਅਰਥ ਕਰਕੇ ਸੁਣਾ ਦਿੱਤੇ ਨਾ, ਇਹਦੇ ਸ਼ੰਕਾ ਫਿਰ ਵੀ ਨਹੀਂ ਦੂਰ ਹੋਣਾ। ਇਹਦੇ ਮਨ ਦੇ ਵਿੱਚ ਇਹ ਸ਼ੰਕਾ ਰਹਿਣਾ ਹੈ ਕਿ ਗੁਰੂ ਪੁੱਤਰ ਸੀ, ਰਾਜਿਆਂ ਵਾਲਾ ਰਾਜ ਠਾਰ ਸੀ, ਕੋਈ ਵਿਦਵਾਨ ਲਿਆ ਕੇ ਹੋ ਸਕਦਾ ਉਹਨਾਂ ਨੇ ਗੀਤਾ ਪੜ੍ਹ ਲਈ ਹੋਵੇ, ਕੋਈ ਅਰਥ ਪੜ੍ਹ ਲਏ ਹੋਣ ਜਿਹੜਾ ਨੇ ਸੁਣਾ ਦਿੱਤੇ ਹੈ। ਇਹਨੂੰ ਚੰਗੀ ਤਰ੍ਹਾਂ ਇਹਦਾ ਸ਼ੰਕਾ ਨਿਵਰਤ ਕਰਦੇ ਆ। ਮਹਾਰਾਜ ਕਹਿਣ ਲੱਗੇ, ਠੀਕ ਹੈ ਪੰਡਤ ਜੀ, ਤੁਸੀਂ ਆਪਣੇ ਮਨ ਮਰਜ਼ੀ ਦਾ ਕੋਈ ਮਨੁੱਖ ਬੰਦਾ ਲਾਇਓ ਤੇ ਅਸੀਂ ਉਹਦੇ ਕੋਲੋਂ ਅਰਥ ਕਰਾ ਦਿੰਦੇ ਹਾਂ ਗੀਤਾ ਦੇ। ਪੰਡਤ ਹੋਰ ਖੁਸ਼ ਹੋ ਗਿਆ ਕਿ ਮੈਂ ਆਪਣੀ ਮਰਜ਼ੀ ਦਾ ਹੁਣ ਬੰਦਾ ਲੈ ਕੇ ਆਵਾਂਗਾ। ਆਪਣੇ ਪਿੰਡ ਦੇ ਵਿੱਚ ਗਿਆ, ਇੱਕ ਝੂਰਾਂ ਦਾ ਮੁੰਡਾ ਸੀ, ਉਹ ਬਚਪਨ ਤੋਂ ਗੂੰਗਾ ਸੀ ਤੇ ਬੋਲਾ ਵੀ ਸੀ, ਨਾ ਉਹਨੂੰ ਸੁਣਦਾ ਸੀ ਤੇ ਨਾ ਉਹ ਬੋਲਦਾ ਹੀ ਸੀਗਾ, ਤੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਕੇ ਆਪਣਾ ਗੁਜ਼ਾਰਾ ਕਰਦਾ ਸੀ। ਇਹ ਪੰਡਤ ਉਹਨੂੰ ਲੈ ਆਇਆ। ਜਦੋਂ ਸਤਿਗੁਰਾਂ ਦੇ ਸਾਹਮਣੇ ਲਿਆਂਦਾ, ਸਾਹਿਬ ਕਹਿਣ ਲੱਗੇ, ਪੰਡਤ ਜੀ ਦੱਸੋ। ਕਹਿਣ ਲੱਗਾ, ਮਹਾਰਾਜ ਇਹਦੇ ਕੋਲੋਂ ਅਰਥ ਕਰਾਓ, ਗੀਤਾ ਦੇ ਅਰਥ ਇਹਦੇ ਤੋਂ ਕਰਾਓ। ਉਸ ਸਮੇਂ ਸਤਿਗੁਰੂ ਜੀ ਫੁੱਲਾਂ ਦੀ ਇੱਕ ਛਟੀ, ਛੋਟਾ ਜਿਹਾ ਛੋਟੇ ਹੱਥ ਦੇ ਵਿੱਚ ਮਹਾਰਾਜ ਜੀ ਰੱਖਦੇ ਸੀ ਫੁੱਲਾਂ ਦੀ। ਤਾਂ ਉਸ ਸਮੇਂ ਮਹਾਰਾਜ ਜੀ ਨੇ ਉਹ ਛਟੀ ਆਪਣੇ ਕਰ ਕਮਲ ਹੱਥਾਂ ਦੇ ਨਾਲ ਉਸ ਦੇ ਜੋ ਸਿਰ ਦੇ ਉੱਤੇ ਰੱਖੀ। ਕਹਿੰਦੇ ਕਿ ਸਾਰੀਆਂ ਵਿਦਿਆਨ ਕੇ ਪ੍ਰਗਟ ਹੋਏ, ਸੁਣਨ ਵੀ ਲੱਗ ਪਿਆ ਤੇ ਬੋਲਣ ਵੀ ਲੱਗ ਪਿਆ। ਕਿਉਂ ਕਰਕੇ ਮਹਾਰਾਜ ਜੀ ਗੁਰੂ ਦੀ ਬਾਣੀ ਦਾ ਕਥਨ ਹੈ, ਸੁਣੈ ਗੋਂਗ ਜੋ ਜਾਹੇ ਸੋ ਰਸਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵੇ। ਗੂੰਗਾ ਗੁਰੂ ਕੀ ਬਾਣੀ ਨੂੰ ਸੁਣ ਲੈ, ਜਿਹਦੇ ਉੱਤੇ ਬਖਸ਼ਿਸ਼ ਹੋ ਜਾਵੇ, ਉਹਨੂੰ ਰਸਨਾ ਮਿਲ ਜਾਂਦੀ, ਜ਼ੁਬਾਨ ਮਿਲ ਜਾਂਦੀ। ਮੂਰਖ ਚਤੁਰ ਸਿਆਣਾ ਬਣ ਜਾਂਦਾ, ਵਿਦਵਾਨ ਬਣ ਜਾਂਦਾ, ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ। ਕਹਿੰਦੇ ਕਿ ਮਹਾਰਾਜ ਕਹਿਣ ਲੱਗੇ, ਨੂੰ ਗੀਤਾ ਦੇ ਅਰਥ ਪੜ੍ਹ ਕੇ ਆਪ ਹੀ ਸ਼ਲੋਕ ਪੜ੍ਹ ਤੇ ਇਹਨੂੰ ਗੀਤਾ ਦੇ ਅਰਥ ਕਰਕੇ ਸੁਣਾ। ਉਹਨੇ ਪਹਿਲਾ ਹੀ ਸ਼ਲੋਕ ਜਿਹੜਾ ਪੜ੍ਹਿਆ, ਕਸਮਨੰ ਸ਼ਾਸਤਰ ਪ੍ਰਵਿਰਤ ਤੇ ਸੰਸਕ੍ਰਿਤੀ ਦੇ ਵਿੱਚ, ਇਹ ਪੰਡਤ ਜੀ ਦੱਸ ਕਿਹੜੇ ਸ਼ਾਸਤਰ ਦੀ, ਕਿਹੜੇ ਗ੍ਰੰਥ ਦੀ ਗੱਲ ਕਰਨੀ ਹੈ, ਕਿਹੜੇ ਗ੍ਰੰਥ ਦੇ ਅਰਥ ਕਰਾਉਣੇ ਆ। ਪਹਿਲਾਂ ਤਾਂ ਲਾਲ ਚੰਦ ਗੀਤਾ ਦਾ ਨਾਲ ਪਾਠ ਕਰਾਉਣ ਲੱਗਾ ਸੀ, ਜਦੋਂ ਗੂੰਗਾ ਬੋਲ ਪਾਠ ਵੀ ਭੁੱਲ ਗਿਆ, ਪਾਠ ਬਣਾ ਹੋਵੇ ਮੁੜ ਕੇ ਨਾਲ। ਫਿਰ ਉਸਨੇ ਆਪ ਹੀ ਗੀਤਾ ਪੜ੍ਹੀ ਤੇ ਕਈ ਸ਼ਲੋਕਾਂ ਦੇ ਅਰਥ ਕਰਕੇ ਸੁਣਾ ਦਿੱਤੇ। ਪੰਡਤ ਜਿਹੜਾ ਸੀ ਉਸੇ ਵਕਤ ਹੀ ਜਿਹੜਾ ਜੰਜੂ ਜਿਹਾ ਉਸਨੇ ਪਾਇਆ ਸੀ ਲਾਹ ਦਿੱਤਾ, ਟਿੱਕਾ ਜਿਹਾ ਵੀ ਲਾਹ ਦਿੱਤਾ ਤੇ ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ।
महाराज मैनू बख्श दिओ, माफ़ कर दिओ। मैं आप जी का शरीर वेख के शंका कर बैठा कि शरीर बचा है, तुसीं तां बहुत वड्डे समर्थ हो। महाराज कहन लगे पंडित जी विद्या का हंकार नहीं करीदा। तू ठीक है विद्या पढ़ी है, तेरे मन दे विच हंकार है, किसी महापुरख दे उत्ते किसी रब के प्यारे के उत्ते शंका नहीं करीदा। ये समर्था होंदी है। पिंगल पर्वत पार परे खल चतुर बकीता, अंधले तेरे भवन सूझिया गुर भेट पुनीता। कि जिहड़ा गुरु दे सामने आ जाए, पिंगला भी जिहड़ा पहाड़ी चढ़ जाता है, बोल गूंगियां नूं बोलन ला दिंदा है जो गुरु के दर्शन हो जान। ऐसी समर्था है गुरु घर दे विच। पंडित कहन लगा महाराज मैं हुणे जंजू कोई नहीं पहनना, मैनूं गुरसिੱਖੀ दिओ। फिर सतगुरां ने चरण पाओ दित्ती, नूं सिੱਖ बना के निमरता दे विच रहण वास्ते सतगुरां ने जिहड़ा सी उपदेश दिता। ऐसे गुरुदेव श्री गुरु हरकृष्ण साहिब सच्चे पातशाह जी बाला प्रीतम जदों दिल्ली दे विच पहुंचे, प्रवेश होए तां राजा जय सिंह जयपुर का राजा सी, ਉਹਦੇ ਬੰਗਲੇ ਦੇ ਵਿੱਚ ਜਾ ਕੇ ਸਤਿਗੁਰਾਂ ਦਾ ਆਸਣ ਲੱਗਾ। ਹੁਣ ਜਿਹੜਾ ਸ੍ਰੀ ਬੰਗਲਾ ਸਾਹਿਬ ਅਸਥਾਨ ਹੈ ਨਾ ਦਿੱਲੀ ਦੇ ਵਿੱਚ, ਇਹ ਰਾਜੇ ਜੈ ਸਿੰਘ ਦਾ ਬੰਗਲਾ ਸੀ ਇੱਥੇ, ਤੇ ਬੰਗਲੇ ਦੇ ਵਿੱਚ ਮਹਾਰਾਜ ਜੀ ਦਾ ਆਸਣ ਲਵਾਇਆ ਸੀ ਰਾਜੇ ਜੈ ਸਿੰਘ ਨੇ। ਤਾਂ ਗੁਰੂ ਮਹਾਰਾਜ ਜੀ ਦੇ ਚਰਨ ਪੈਣ ਦੇ ਨਾਲ ਫਿਰ ਇਸ ਸਥਾਨ ਦਾ ਨਾਮ ਬੰਗਲਾ ਸਾਹਿਬ ਪੈ ਗਿਆ। ਜਦੋਂ ਆਸਣ ਲੱਗਾ ਤੇ ਔਰੰਗਜ਼ੇਬ ਬਾਦਸ਼ਾਹ, उस समय बादशाह है, तो सतगुरां ने यह बचन किया सी कि असीं औरंगजेब बादशाह के ना मत्थे लगना, ना दर्शन करने ते ना उहनूं देने, उहदे मत्थे नहीं असीं लगना। इहो ही बचन जिहड़ा सी सतगुरु इन्हां दे पिता गुरदेव गुरु हरराय साहिब जी दा सी। जदों गुरु हरराय साहिब जी गुरता गद्दी ते सुभाईमान सी, उदों भी बादशाह ने सद्दिया सी कि दिल्ली आओ दर्शन दिओ, ते महाराज कहण लगे असीं नहीं आउणा, ना तेरे दर्शन करने ना तेनों देने। उही परम 8वें पातशाह का सी कि ना इनू दर्शन देने तुरक नूं ते ना तुरक दे दर्शन करने। राजे जय सिंह नूं बादशाह कहन लगा कि तू सेवा भावना तो कर रहा ते मेरे ते मत्थे गुरु महाराज जी ने नहीं लगना, ना दर्शन देने है। कोई शक्ति ते परख ला, कोई इन्हां दे विच समर्था भी है, कोई अंतरजामता भी है। तो राजे जय सिंह ने अपनी महिला दे विच आया ते राणी जिहड़ी पटराणी सी उहदे नाल सलाह कीती कि आपां नाले गुरु घर नूं अपने महिला दे विच चरण पवाईए ते नाले गुरु दी परख करिए। उस पटराणी ने कहा कि मैं बाकी दियां जिन्नियां गोलियां ने उन्हां नूं चंगे वस्त्र राणियां वाले हार शंगार करा के बिठा दिंदी है। मैं पटराणी है, मुख राणी है, ते मैं है मैले वस्त्र पाटे जी मैले जी वस्त्र पा के ते एक पासे बैठ जावां। जे तां गुरु हरकृष्ण साहब अंतरजामी होणगे ते मेरी गोद दे विच आण के बैठ जाणगे। जदों सारी इन्होंने अपनी तैयारी की, राजा जय सिंह सतगुरां नूं जिथे बंगला साहिब सी बनिया स्थान जिथे आसन सी इत्थे लैण वास्ते आया। महाराज महिलां दे विच चरण पाओ। सतगुरु जी तां जानी जान सी, इन्हें साड़ी परख करनी है, पर महाराज कहन लगे तो शंका निवृत्त हो जाए। जे ना शंका निवृत्त होया, उन्होंने मन में शंका रहना है तो फिर गुनाहगार होंगे। राजे जय सिंह के नाल जो हरकृष्ण गुरु महाराज सच्चे पातशाह जी महिला दे विच गए ना, तो जिन्नियां गोलियां बैठियां हुई सी हार श्रृंगार करके उन्होंने वेच दी तुरे जान। हर किसी के सिर के उत्ते छड़ी ला देन, आ भी गोली, आ भी गोली, आ भी नहीं असली राणी, आ भी नहीं, आ भी गोली। जिहड़ी एक नुकरे जो हो गए पटराणी बैठी हुई सी नीवी जी पा के, उस पटराणी की गोदी दे विच जाके बैठ गए। क्यों उसका शरीर की बालक अवस्था है ना। तो कह लगे आ पटराणी है, कह लगे तू पटराणी है तो तेनों इहो जिहा लिबास शोभदा नहीं जो तू करके बैठी है। इस करके तू साडी परख करने वास्ते है, तू ये सारा डंबर रचिया है।
पटरानी तू है, तेरे गल सोभदी नहीं। राजे जय सिंह नूं मारे कहन लगे तेनों ये चाहिदा नहीं सी साडी परख करनी, तू तां गुरु घर दा शरधालू सां। कहन लगा महाराज बादशाह ने कहन दे कीता, पर फिर भी महाराज जी सतगुरु जी बख्शिंद सी, कुछ ना कहा। ऐसे गुरुदेव धन श्री गुरु हरकृष्ण साहिब सच्चे पातशाह जी, जिन्हां दा कल गुरपुरब बड़ियां संगतां ने प्यार दे नाल अवतार प्रकाश पुरब मनाया है, कोई अज मना रहा है। ऐसे गुरुदेव सतगुरु सच्चे पातशाह जी दे अवतार गुरपुरब प्रकाश गुरपुरब सारियां सिख संगतां नूं बेअंत 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 बधाइयां हो। आओ हुण आपां गुरु शब्द के नाल जुड़ गए, जो शब्द की कथा विचार चल रही है। कबीर साहब जी का शब्द है ते गौड़ी राग दे विच है। कुछ पंक्तियां की विचार पहला हो चुकी है, कुछ अज आपां करते हैं। कबीर साहब जी के कोल कोई राजा आया होया है, वो थाल दे विच सोना मोहरां लियान के उन्हें रखियां ते कबीर भगत जी नूं कहन लगा मैनू परमेश्वर विखा दो तो आ भेटा लै लो, मेरे हिरदे दे विच सखियातकार कर दिओ, मैनू नामद बख्श दिओ। फिर उहदे परथाए शब्द उचार करके कबीर साहब जी जिहड़ा कह रहे हैं, ऐ राजन कंचन सो पाइए ने तोल, मन दी राम लिया है मोल। सोने दे नाल परमेश्वर नहीं मिलता, मन देना पैंदा, मन की भेटा देनी कि नहीं, मन अर्पण करना पैंदा है, मन का मुल देना पैंदा है। मन दे राम लिया है मोल, असी तो मन देता है परमेश्वर नूं। इस तरह उस राजे के प्रथाए भगत कबीर जी शब्द उचार ने जी अज दियां पंक्तियां ने ना। फिर वो राजा पूछ रहा है भगत कबीर साहब जी को, होर सिख संगतां, महाराज ये दसो कि वो जिहड़ा मन का मुल लैंदा है, मन की भेटा लैंदा है, प्यार की भेटा लैंदा है, वो परमेश्वर कैसा है, उसकी किन्नी क महान वडियाई है ते किड्डी क वड्डी भारी उसकी शोभा है। ते कबीर साहब जी कह रहे हैं, ब्रह्म कथ कथ अंत ना पाया। एक है ब्रह्म, ब्रह्म नाम है परमेश्वर का, जिहड़ा सारियां दे विच रमिया होया है, जिन्ने सारी सृष्टि साजी हुई है, जिहड़ा पारावार तो ब्रह्म परमेश्वर रहत है, ਉਹਦਾ नाम है ब्रह्म। ते एक जिहड़ा बारावार तो रहत जिहड़ा ब्रह्म परमेश्वर है, जिहड़ा उन्हें अगे एक ब्रह्मा बनाया, उसका नाम है ब्रह्मा। जिस तरह आप तीन देवते मानते हैं, ब्रह्मा ते विष्णु ते शिव जी। एक है ब्रह्म जिहड़ा पारावार तो रहत, ते एक है ब्रह्मा। कबीर भगत जी कहते जिहड़ा ब्रह्मा है ना, ब्रह्मा उन्हें वो अकाल पुरख वाहिगुरु दे गुण गाउंदियां गाउंदियां 4 वेद लिख दिते ने, जिहदा 1 लाख श्लोक है 4 वेदां दा। ते इन्ने गुणां दा वर्णन कीता ते अजे तक अंत नहीं पाया कि परमेश्वर दे विच किड्डा बेअंत है ते किड्डे गुण ने। ब्रह्म कथ कथ अंत न पाया, ब्रह्मे तो अजे तक परमेश्वर का अंत नहीं पिया। क्यों करके अंत न सिद्धि कहन न अंत, अंत न वेखन सुनन न अंत, अंत न अंता सदा बेअंता कहो नानक ऊंचो ऊंचा। ਉਹਦਾ कोई अंत नहीं है, जिहड़ा अकाल पुरख वाहिगुरु परमेश्वर है। सतगुरु सच्चे पातशाह जी की महान वडियाई है। क्यों करके महाराज कहते गुरबाणी ने दसिया कि कोट ब्रह्मे जग साजन लाए। एक ब्रह्मा नहीं आ, करोड़ा ही ब्रह्मे आ जिहड़े परमेश्वर ने साजे हुए ने, बनाए हुए ने संसार नूं बनाउण वास्ते। 4 मुखां वाला ब्रह्मा है, जिहड़ा ब्रह्मा दे 4 मूँह है। ये कलगीधर पातशाह जी ने दसिया है। महाराज कहते कि 4 मूँहां वाला जिहड़ा ब्रह्मा सी ना, ਉਹਦੇ मन ਦੇ ਵਿੱਚ फुरना आया कि मैं बगदालब रिखी ते जाके दर्शन करा। एक बगदाब रिखी होया है,
ਤੇ ਜਦੋਂ ਚਾਰ ਮੂੰਹਾਂ ਵਾਲਾ ਬ੍ਰਹਮਾ ਬਗਦਾਲ ਬਰਿਖੀ ਦੇ ਕੋਲ ਗਿਆ ਨਾ, ਉਹਨੇ ਉੱਠ ਕੇ ਸਤਿਕਾਰ ਹੀ ਨਾ ਕੀਤਾ ਬ੍ਰਹਮੇ ਦਾ ਕਿ ਮੈਂ ਐਡਾ ਵੱਡਾ ਰਿਖੀ ਹੈ, ਇਹਦੇ ਚਾਰ ਕੁ ਮੂੰਹ ਹੈ, ਇਹ ਮੇਰੇ ਤੋਂ ਕਿੱਡਾ ਕੁ ਵੱਡਾ ਹੈ। ਤਾਂ ਜਦੋਂ ਬ੍ਰਹਮਾ ਕੋਲ ਆਇਆ ਤੇ ਬ੍ਰਹਮੇ ਨੂੰ ਮਾਣ ਹੋ ਗਿਆ, ਮੈਂ ਕਿਉਂ ਮੱਥਾ ਟੇਕਾਂ, ਮੈਂ ਵੱਡਾ, ਮੈਂ ਬ੍ਰਹਮਾ ਹੈ, ਇਹ ਰਿਖੀ ਹੈ। ਉਹਨੇ ਕੋਈ ਸਤਿਕਾਰ ਨਾ ਕੀਤਾ। ਦੋਵਾਂ ਦੇ ਮਨਾਂ ਦੇ ਵਿੱਚ ਹੰਕਾਰ ਜਿਹਾ ਹੋ ਗਿਆ ਕਿ ਅਸੀਂ ਵੱਡੇ ਹਾਂ। ਕਹਿੰਦੇ ਤੂਫਾਨ ਆ ਗਿਆ, ਹਨੇਰੀ ਆਏ ਕਿ ਦੋਵਾਂ ਨੂੰ ਡਾ ਕੇ ਲੈ ਗਿਆ। ਜਿੱਥੇ ਅੜ ਕੇ 8 ਮੂੰਹਾਂ ਵਾਲਾ ਬ੍ਰਹਮਾ ਸੀ ਨਾ, ਉੱਥੇ ਜਾ ਕੇ ਉਹ ਹਨੇਰੀ ਨੇ ਸੁੱਟ ਦਿੱਤਾ। ਜਦੋਂ 8 ਮੂੰਹਾਂ ਵਾਲੇ ਬ੍ਰਹਮੇ ਨੇ 4 ਮੂੰਹਾਂ ਵਾਲਾ ਬ੍ਰਹਮਾ ਤੇ ਉਹ ਬਗਦਾਲ ਤੇ ਰਿਖੀ ਵੇਖਿਆ ਤਾਂ ਉਹ ਵੀ ਕੋਈ ਸਤਿਕਾਰ ਕਰਕੇ ਨਾ ਉੱਠਿਆ ਕਿ ਮੇਰੇ 8 ਮੂੰਹ ਹੈ ਤੇ 4 ਹੈ, ਇਹ ਮੱਥਾ ਟੇਕਿਆ, ਮੈਂ ਇਹਨੂੰ ਕਿਉਂ ਟੇਕਾਂ। ਜਦੋਂ ਉਹਦੇ ਮਨ ਦੇ ਵਿੱਚ ਹੰਕਾਰ ਆ, ਕਹਿੰਦੇ ਫਿਰ ਤੂਫਾਨ ਆਇਆ, 8 ਮੂੰਹਾਂ ਵਾਲੇ ਨੂੰ ਨਾਲ ਹੀ ਚੁੱਕ ਕੇ, ਸਾਰਿਆਂ ਨੂੰ ਚੁੱਕ ਕੇ ਜਿੱਥੇ 16 ਮੂੰਹਾਂ ਵਾਲਾ ਬ੍ਰਹਮਾ ਬੈਠਾ ਸੀ ਨਾ, ਉੱਥੇ ਜਾ ਕੇ ਸੁੱਟ ਦਿੱਤਾ। ਉਹਨੂੰ ਵੀ ਹੰਕਾਰ ਹੋ ਗਿਆ, ਉਹ ਵੀ ਨਾ ਉੱਠਿਆ ਇਹਨਾਂ ਨੂੰ ਵੇਖ ਕੇ ਕਿ ਮੇਰੇ 16 ਮੂੰਹ ਆ। ਫਿਰ ਕਹਿੰਦੇ ਤੂਫਾਨ ਆਇਆ, ਉਹਨਾਂ ਨੂੰ ਉਠਾਇਆ ਤੇ ਜਿੱਥੇ 32 ਮੂੰਹਾਂ ਵਾਲਾ ਬ੍ਰਹਮਾ ਬੈਠਾ ਸੀ, ਉੱਥੇ ਜਾ ਕੇ ਸੁੱਟ ਦਿੱਤਾ ਸਾਰਿਆਂ ਨੂੰ, ਉਹ ਵੀ ਨਾ ਉੱਠਿਆ। ਫਿਰ 64 ਮੁੱਖਾਂ ਵਾਲਾ ਬ੍ਰਹਮਾ ਜਿਹਦੇ 64 ਮੂੰਹ ਸੀ, ਉੱਥੇ ਸੁੱਟ ਦਿੱਤਾ, 64 ਮੂੰਹਾਂ ਵਾਲਾ ਨਾ ਉੱਠਿਆ। ਫਿਰ ਤੂਫਾਨ ਆਇਆ, ਕਹਿੰਦੇ ਜਿੱਥੇ 1000 ਮੂੰਹ ਵਾਲਾ ਬ੍ਰਹਮਾ ਬੈਠਾ ਸੀ ਨਾ, ਉੱਥੇ ਜਾ ਕੇ ਸਾਰਿਆਂ ਨੂੰ ਸੁੱਟ ਦਿੱਤਾ। ਜਦੋਂ 1000 ਮੂੰਹਾਂ ਵਾਲਾ ਬ੍ਰਹਮਾ ਜਿੱਥੇ ਬੈਠਾ ਸੀ ਨਾ, ਉਹ ਉੱਠ ਪਿਆ ਅੱਗੋਂ। ਉਹਨੇ ਬੜੇ ਸਤਿਕਾਰ ਦੇ ਨਾਲ ਸਾਰਿਆਂ ਦਾ ਮਾਣ ਆਦਰ ਕੀਤਾ ਤੇ ਬੜੇ ਪ੍ਰੇਮ ਦੇ ਨਾਲ ਸਾਰਿਆਂ ਨੂੰ ਬਿਠਾਇਆ। ਉਹ ਕਹਿਣ ਲੱਗੇ ਸਾਡੇ ਨਾਲ ਤਾਂ ਇਸ ਤਰ੍ਹਾਂ ਹੋਈ ਹੈ। ਉਹ ਜਿਹੜਾ 1000 ਮੂੰਹ ਵਾਲਾ ਬ੍ਰਹਮਾ ਸੀ ਨਾ, ਉਹ ਕਹਿਣ ਲੱਗਾ ਹੰਕਾਰ ਨਾ ਕਰੋ, ਮੇਰਾ 1000 ਮੂੰਹ ਹੈ ਤੇ ਮੈਂ ਅਜੇ ਤੱਕ ਪਰਮੇਸ਼ਰ ਦਾ ਅੰਤ ਨਹੀਂ ਪਾ ਸਕਿਆ, ਤੇ ਤੁਸੀਂ ਏਡਾ ਕਿੱਥੋਂ ਪਾ ਲਵੋਗੇ। ਤੇ ਹੰਕਾਰ ਨਹੀਂ ਕਰੀਦਾ ਤੇ ਮਾਨ ਨਿਮਰਤਾ ਦੇ ਵਿੱਚ ਰਹੀਦਾ। ਇਹ ਆਪਣੀ ਬਾਣੀ ਦੇ ਵਿੱਚ ਕਲਗੀਧਰ ਜੀ ਨੇ ਦੱਸਿਆ, ਸਹੰਸ ਮੁਖਣ ਕਾ ਬ੍ਰਹਮਾ ਦੇਖਾ ਤੋ ਨ ਤੁਮਰਾ ਅੰਤ ਬਸੇਖਾ, ਤੇਰਾ ਅੰਤ ਉਹਨੇ ਨਹੀਂ ਪਾਇਆ 1000 ਮੂੰਹ ਵਾਲੇ ਬ੍ਰਹਮੇ ਨੇ। ਫਿਰ ਸ਼ੇਸ਼ ਨਾਗ ਕਹਿੰਦੇ ਕਿ ਸਾਰੇ ਦੇਵਤੇ ਬੈਠੇ ਹੋਏ ਸੀ ਤੇ ਆਪੋ ਇਹਦੀ ਜਿੱਦ ਕਰਨ। ਕੋਈ ਆਖੇ ਮੈਂ ਵੱਡਾ ਹੈ, ਮੈਂ ਪਰਮੇਸ਼ਰ ਦਾ ਅੰਤ ਪਾ ਸਕਦਾ, ਮੈਂ ਪਰਮੇਸ਼ਰ ਦੇ ਨਾਂ ਗਿਣ ਸਕਦਾ, ਕਿੰਨੇ ਪਰਮੇਸ਼ਰ ਦੇ ਨਾਂ ਹੈ। ਜਿਹੜਾ ਸ਼ੇਸ਼ ਨਾਗ ਸੀ ਕਹਿਣ ਲੱਗਾ ਸਾਰਿਆਂ ਤੋਂ ਵੱਡਾ ਮੈਂ, ਕਿਉਂ ਕਰਕੇ ਜਿਹੜਾ ਸ਼ੇਸ਼ ਨਾਗ ਹੈ ਇਹਦਾ 1000 ਮੂੰਹ ਹੈ ਤੇ ਇੱਕ ਮੂੰਹ ਦੇ ਵਿੱਚ 2 ਜ਼ਬਾਨਾਂ ਨੇ ਤੇ 2000 ਜ਼ਬਾਨ ਇਸ ਸ਼ੇਸ਼ ਨਾਗ ਦੀ। ਕਹਿਣ ਲੱਗਾ ਮੈਂ ਪਰਮੇਸ਼ਰ ਦੇ ਨਾਮ ਗਿਣ ਸਕਦਾ, ਕਿਉਂ ਕਰਕੇ ਮੇਰੀ 2000 ਜ਼ਬਾਨ ਹੈ ਤੇ 1000 ਸਿਰ ਹੈ। ਕਹਿਣ ਲੱਗੇ ਠੀਕ ਹੈ, ਤੂੰ ਫਿਰ ਨਾਮ ਗਿਣ। ਉਹ ਵੀ ਕਲਗੀਧਰ ਪਾਤਸ਼ਾਹ ਜੀ ਦੱਸਦੇ ਆ, ਜੇ ਨਾ ਰੋਜ਼ ਦੇ 2000 ਨਵਾਂ ਹੀ ਪਰਮੇਸ਼ਰ ਦਾ ਨਾਮ ਲੈ ਕੇ ਉਹ ਸਿਮਰਨ ਕਰਦਾ ਤੇ ਅਜੇ ਤੱਕ ਨਾ ਹੀ ਨਹੀਂ ਗਿਣੇ ਗਏ ਪਰਮੇਸ਼ਰ ਦੇ ਕਿੰਨੇ ਗਏ। ਐਸੇ ਪਰਮੇਸ਼ਰ ਦੀ ਮਹਾਨ ਜਿਹੜੀ ਵਡਿਆਈ, ਤੁਮਰੀ ਕਿਰਿਆ ਤੁਮਹੁ ਪ੍ਰਭ ਜਾਨੋ, ਊਚ ਨੀਚ ਕਾ ਸਖਤ ਬਖਾਨੋ, ਸ਼ੇਸ਼ ਨਾਗ ਸਿਰ ਸਹੰਸ ਬਨਾਈ, ਦਵਾਇਆ ਸਹੰਸ ਰਸਨਾ ਸੁਹਾਈ, ਰਟਤ ਅਬ ਲੱਗੇ ਨਾਮ ਪਾਰਾ, ਤੁਮਰੋ ਤੋ ਨ ਪਾਵਤ ਪਾਰਾ। ਕਲਗੀਧਰ ਜੀ ਕਹਿੰਦੇ ਅਜੇ ਸ਼ੇਸ਼ ਨਾਗ ਨਾ ਹੀ ਗਿਣੀ ਜਾਂਦਾ ਹੈ, ਸ਼ੇਖ ਨਾਗ ਤੇ ਮਰਮ ਨਾ ਜਾਣਾ। ਸ਼ੇਸ਼ ਨਾਗ ਤੋਂ ਵੀ ਪਰਮੇਸ਼ਰ ਦਾ ਅੰਤ ਨਹੀਂ ਪਿਆ ਕਿ ਕਿੱਡਾ ਵੱਡਾ ਹੈ, ਕਿੱਡਾ ਬੇਅੰਤ ਹੈ, ਕਿੱਡੀ ਉਹਦੀ ਮਹਾਨ ਉਪਮਾ ਹੈ। ਜਦੋਂ ਗੁਰੂ ਨਾਨਕ ਸਾਹਿਬ ਜੀ ਏਮਨਾਬਾਦ ਗਏ ਨਾ, ਏਮਨਾਬਾਦ ਉੱਥੇ ਬੜੇ ਮਹਾਂਪੁਰਖ ਸੰਤ ਰਿਖੀ ਮੁਨੀ ਜਨ ਬੈਠੇ ਹੋਏ ਸੀ। ਉਹਨਾਂ ਨੂੰ ਜਦੋਂ ਏਮਨਾਬਾਦ ਦੇ ਵਿੱਚ ਸਤਿਗੁਰਾਂ ਨੇ ਦਰਸ਼ਨ ਦਿੱਤੇ, ਉਹਨਾਂ ਰੱਬ ਦੇ ਪਿਆਰਿਆਂ ਨੇ, ਸੰਤਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਆਪ ਜੀ ਕਿਹਦੇ ਪੁਜਾਰੀ ਹੋ, ਕਿਹਨੂੰ ਮੰਨਦੇ ਹੋ? ਮਹਾਰਾਜ ਕਹਿੰਦੇ ਕਿ ਉਹ ਸਾਡਾ ਜਿਹੜਾ ਗੁਰੂ ਨਿਰੰਕਾਰ ਹੈ, ਉਹ ਅਕਾਲ ਪੁਰਖ ਵਾਹਿਗੁਰੂ ਸਾਡਾ ਮਾਲਕ, ਅਸੀਂ ਉਹਦੇ ਹਾਂ। ਮਹਾਰਾਜ ਦੱਸੋ ਇਹ ਜਿਹੜਾ ਤੁਹਾਡਾ ਪਰਮੇਸ਼ਰ ਹੈ, ਮਹਾਨ ਹੈ, ਉਹ ਕਿੰਨੀ ਕੁ ਸਮਰੱਥਾ ਰੱਖਦਾ ਹੈ, ਕਿੱਡੀ ਕੁ ਵੱਡੀ ਉਹਦੇ ਵਿੱਚ ਵਡਿਆਈ ਹੈ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਦੱਸਣ ਤੋਂ ਬਾਹਰ ਹੀ ਹੈ, ਉਹਦੀ ਕੋਈ ਜਿਹੜੀ ਆ ਮਹਿਮਾ ਨਹੀਂ ਕਰ ਸਕਦਾ।
ਤੇ ਉਸ ਸਮੇਂ ਮਹਾਰਾਜ ਜੀ ਨੇ ਬਚਨ ਕਰ ਦਿੱਤਾ। ਮਹਾਰਾਜ ਕਹਿਣ ਲੱਗੇ ਉਹ ਪਰਮੇਸ਼ਰ ਦਾ ਜਿਹੜਾ ਅੰਤ ਉਹ ਅਜੇ ਤੱਕ ਬ੍ਰਹਮੇ ਨੇ ਨਹੀਂ ਪਾਇਆ, ਬ੍ਰਹਮਾ ਵੀ ਨਹੀਂ ਅੰਤ ਪਾ ਸਕਿਆ। ਤੋ ਰਿਖੀ ਕਹਿਣ ਲੱਗੇ, ਸੰਤ ਕਹਿਣ ਲੱਗੇ ਮਹਾਰਾਜ ਉਹ ਬ੍ਰਹਮਾ ਕੌਣ ਹੈ? ਸੁਣਿਆ ਤੇ ਬੜਾ ਕਿ ਬ੍ਰਹਮਾ ਬ੍ਰਹਮਾ ਸੁਣੀਦਾ ਕਿ ਬ੍ਰਹਮਾ ਦੇਵਤਾ ਹੈ। ਮਹਾਰਾਜ ਉਹਦੇ ਬਰਖਾਏ ਦੱਸੋ ਕਿ ਉਹ ਕਿੱਥੋਂ ਪ੍ਰਗਟ ਹੋਇਆ, ਉਹਦੀ ਕੀ ਹੋਂਦ ਹੈ, ਉਹਨੇ ਕਿਵੇਂ ਅੰਤ ਪਾਉਣ ਦਾ ਯਤਨ ਕੀਤਾ, ਕੀ ਹੋਇਆ, ਇਹ ਸਾਰੀ ਵਾਰਤਾ ਦੱਸੋ। ਫਿਰ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਜਦੋਂ ਧਰਤੀ ਨਹੀਂ ਸੀ ਨਾ ਬਣੀ, ਬ੍ਰਹਿਮੰਡ ਨਹੀਂ ਸੀ ਨਾ ਬਣਿਆ, ਉਦੋਂ ਪਾਣੀ ਪਾਣੀ ਸੀਗਾ। ਤੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਪਰਮੇਸ਼ਰ ਦੀ ਜਿਹੜੀ ਨਾਭੀ ਹੈ ਨਾ, ਧੁਨੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਇਸ ਧੁਨੀ ਦੇ ਵਿੱਚੋਂ ਇੱਕ ਕਮਲ ਦਾ ਫੁੱਲ ਉੱਗਿਆ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ। ਮਹਾਰਾਜ ਕਹਿੰਦੇ ਕਿ ਉਹਦੇ ਉੱਤੋਂ ਨਾਭੀ ਦੇ ਉੱਤੋਂ, ਪਰਮੇਸ਼ਰ ਦੀ ਨਾਭੀ ਦੇ ਉੱਤੋਂ ਕਮਲ ਦਾ ਫੁੱਲ ਉੱਗਿਆ ਤੇ ਉਸ ਕਮਲ ਦੇ ਫੁੱਲ ਦੇ ਵਿੱਚੋਂ ਬ੍ਰਹਮਾ ਜਿਹੜਾ ਪ੍ਰਗਟ ਹੋਇਆ, ਉਹਦਾ ਜਨਮ ਹੋਇਆ। ਮਹਾਰਾਜ ਕਹਿਣ ਲੱਗੇ ਜਦੋਂ ਜਨਮ ਹੋਇਆ ਤਾਂ ਕਮਲ ਦੇ ਫੁੱਲ ਦੇ ਵਿੱਚ ਬੈਠ ਕੇ ਬੜੀ ਪਰਮੇਸ਼ਰ ਦੀ ਉਹਨੇ ਉਸਤਤ ਕੀਤੀ, ਵਡਿਆਈ ਕੀਤੀ। ਤੇ ਜਦੋਂ ਵਡਿਆਈ ਕਰਦਿਆਂ ਕਰਦਿਆਂ ਕੋਈ ਵੱਡਾ ਹੋਇਆ, ਕੁਝ ਸਮਰੱਥਾ ਹੋਈ ਬ੍ਰਹਮੇ ਦੇ ਵਿੱਚ, ਤੇ ਉਹਨੇ ਸੋਚਿਆ ਕਿ ਮੈਂ ਵਡਿਆਈ ਕਰਨ ਕਿਹਦੀ ਰਿਹਾ ਹੈ, ਦਿਸਦਾ ਤਾਂ ਕੋਈ ਇੱਥੇ ਹੈ ਨਹੀਂ, ਪਾਣੀ ਪਾਣੀ ਹੈ, ਚਾਹੇ ਕਮਲ ਦਾ ਫੁੱਲ ਹੈ, ਚਾਹੇ ਮੈਂ ਹੈ, ਤੇ ਵਡਿਆਈ ਮੈਂ ਕਿਹਦੀ ਕਰਨ ਹੈ। ਮਹਾਰਾਜ ਕਹਿੰਦੇ ਕਿ ਬ੍ਰਹਮੇ ਨੂੰ ਹੰਕਾਰ ਹੋ ਗਿਆ ਤੇ ਉਸੇ ਵਕਤ ਸੋਚਣ ਲੱਗਾ ਕਿ ਮੈਂ ਹੀ ਵੱਡਾ ਹਾਂ, ਮੇਰੇ ਤੋਂ ਵੱਡਾ ਕੋਈ ਨਹੀਂ ਹੈ, ਮੈਂ ਵਡਿਆਈ ਕਿਸੇ ਦੀ ਨਹੀਂ ਕਰ ਸਕਦਾ। ਕਹਿੰਦੇ ਕਿ ਆਕਾਸ਼ ਬਾਣੀ ਹੋਈ ਹੈ ਕਾਲ ਪੁਰਖ ਵਾਹਿਗੁਰੂ ਕੇ ਬ੍ਰਹਮਿਆ, ਤੂੰ ਹੰਕਾਰ ਨਾ ਕਰ, ਜਿਹੜੇ ਕਮਲ ਦੇ ਫੁੱਲ ਦੇ ਵਿੱਚੋਂ ਤੂੰ ਪ੍ਰਗਟ ਹੋਇਆ ਨਾ, ਇਹੋ ਹੀ ਤੇਰਾ ਵੱਡਾ ਹੈ, ਆਪਣੇ ਮੁੱਢ ਦੇ ਨਾਲ ਜੁੜ। ਤੇ ਜਦੋਂ ਆਵਾਜ਼ ਸੁਣੀ ਨਾ ਆਕਾਸ਼ ਬਾਣੀ ਦੀ, ਕਹਿਣ ਲੱਗਾ ਇਹ ਮੇਰਾ ਜਨਮਦਾਤਾ ਕਿਵੇਂ ਹੋ ਸਕਦਾ ਜਿਹੜਾ ਕਮਲ ਫੁੱਲ, ਇਹ ਤਾਂ ਨਿਗਾਹ ਜਿਹਾ ਮੈਂ ਮਹਾਨ ਹੈ, ਇਹ ਕਿਸ ਤਰ੍ਹਾਂ ਹੋ ਸਕਦਾ। ਪਰਮੇਸ਼ਰ ਨੇ ਕਿਹਾ ਤੂੰ ਨਾ ਜਿੱਦ ਕਰ, ਤੂੰ ਇਹਦੇ ਨਾਲ ਤੇਰੀ ਹੋਂਦ ਇਹ ਹੈ, ਤੇਰੇ ਤੋਂ ਵੱਡਾ ਕੋਈ ਹੈ। ਫਿਰ ਬ੍ਰਹਮੇ ਨੇ ਸੋਚਿਆ ਕਿ ਮੈਂ ਇਹਨੂੰ ਕਮਲ ਨੂੰ ਫੁੱਲ ਨੂੰ ਲੱਤ ਮਾਰਦਾ, ਜੇ ਤਾਂ ਮੇਰੀ ਲੱਤ ਝੱਲ ਗਿਆ ਨਾ ਟੁੱਟਾ ਤੇ ਫਿਰ ਸਮਝਣਾ ਕਿ ਮੇਰੀ ਹੋਂਦ ਇੱਥੋਂ ਹੋਈ ਹੈ, ਜੇ ਟੁੱਟ ਗਿਆ ਤੇ ਫਿਰ ਇਹ ਕਾਹਦਾ ਮੈਨੂੰ ਜਨਮ ਦਾਤਾ ਹੈ। ਕਹਿੰਦੇ ਕਿ ਇੱਕ ਪਹਿਲਾਂ ਲੱਤ ਮਾਰੀ ਬ੍ਰਹਮੇ ਨੇ ਤੇ ਫੁੱਲ ਨਾ ਟੁੱਟਾ ਤੇ ਨਾ ਝੜਿਆ। ਇਹਨੇ ਬ੍ਰਹਮੇ ਨੇ ਦੂਜੀ ਲੱਤ ਮਾਰੀ ਤੇ ਵਿੱਚ ਡਿੱਗ ਪਿਆ ਉਹਦੇ, ਜਿੱਦਾਂ ਰੋੜਾ ਖੂਹ ਦੇ ਵਿੱਚ ਡਿੱਗ ਪੈਂਦਾ ਨਾ, ਮੁੜ ਕੇ ਲੱਭਦਾ ਨਹੀਂ ਗਾ। ਕਹਿੰਦੇ ਕਿ ਜਦੋਂ ਕਮਲ ਦੇ ਫੁੱਲ ਦੇ ਵਿੱਚ ਡਿੱਗ ਪਿਆ ਨਾ, ਨਾਲੀ ਦੇ ਵਿੱਚ ਪਤਾ ਨਹੀਂ ਕਿੰਨੇ ਯੁੱਗ ਵਿੱਚ ਹੀ ਘੁੰਮਦਾ ਰਿਹਾ, ਕਦੀ ਸਿਰ ਠਾਂ, ਕਦੀ ਤਾਂ, ਕਦੀ ਘੁੰਮਦਾ ਘੁੰਮਦਾ, ਜਦੋਂ ਥੱਲੇ ਚਲੇਗਾ ਤਾਂ ਨਿਕਲਿਆ ਨਾ ਜਾਵੇ ਤੇ ਮੁੜ ਕੇ ਇਹ ਲਿਖੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ ਸਾਰੀ ਗੱਲ। ਮਹਾਰਾਜ ਕਹਿੰਦੇ ਕਿ ਜਦੋਂ ਥੱਲੇ ਜਾ ਕੇ ਡਿੱਗ ਪਿਆ ਨਾ, ਫਿਰ ਤਰਲੇ ਲਵੇ ਨਹੀਂ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਤੂੰ ਹੈ, ਮੈਨੂੰ ਇਸ ਗੁਬਾਰ ਦੇ ਵਿੱਚੋਂ ਕੱਢਣਾ ਕਰ, ਮੈਨੂੰ ਇਹਦੇ ਵਿੱਚੋਂ ਜਿਹੜਾ ਕੱਢਣਾ ਕਰ। ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ, ਤਾਕਾ ਅੰਤ ਨ ਜਾਈ ਲਖਣਾ, ਆਵਤ ਜਾਤ ਰਹਿਓ ਗੁਬਾਰ। ਕਹਿੰਦੇ ਕਿ ਜਦੋਂ ਨੇ ਫੇਰ ਤਰਲੇ ਲਾਏ, ਪਰਮੇਸ਼ਰ ਨੇ ਫੇਰ ਇਹਨੂੰ ਤਾਂ ਕੱਢ ਦਿੱਤਾ। ਫੇਰ ਇਹਨੇ ਬੜਾ ਸਮਾਂ ਜਿਹੜੀ ਬੰਦਗੀ ਕੀਤੀ। ਫਿਰ ਜਦੋਂ ਪਰਮੇਸ਼ਰ ਨੂੰ ਪ੍ਰਸੰਨ ਕੀਤਾ, ਫਿਰ ਇਹਦੀ ਡਿਊਟੀ ਲਾਈ ਕਿ ਹੁਣ ਸੰਸਾਰ ਦੀ ਰਚਨਾ ਕਰ, ਜੀਵਾਂ ਦੀ ਰਚਨਾ ਕਰ। ਫਿਰ ਇਹਨੂੰ ਸਮਰੱਥਾ ਦਿੱਤੀ। ਮਹਾਰਾਜ ਕਹਿੰਦੇ ਕਿ ਇਸ ਤਰ੍ਹਾਂ ਦਾ ਬ੍ਰਹਮਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਅੰਤ ਹੈ ਨਾ, ਉਹਦਾ ਕੋਈ ਨਹੀਂ ਪਾ ਸਕਦਾ, ਉਹ ਬੇਅੰਤ ਹੈ। ਫਿਰ ਰਿਖੀਆਂ ਨੇ ਇਹ ਸਵਾਲ ਕਰ ਦਿੱਤਾ, ਫਿਰ ਬੇਨਤੀ ਕਰ ਦਿੱਤੀ, ਮਹਾਰਾਜ ਹੋਰ ਸਾਨੂੰ ਕੁਝ ਦੱਸੋ ਕਿ ਜਿਹੜਾ ਬ੍ਰਹਮਾ ਹੈ ਮਰਦਾ ਵੀ ਹੈ, ਇਹਦੀ ਕਿੰਨੀ ਉਮਰ ਹੈ, ਇਹਦਾ ਜਿੰਨੇ ਵੀ ਦੇਵਤੇ ਆ, ਸ਼ਿਵ ਜੀ ਆ, ਵਿਸ਼ਨੂੰ ਆ, ਮਹਾਰਾਜ ਦੀ ਕਿੰਨੀ ਉਮਰ ਹੈ ਤੇ ਕਿੰਨਾ ਚਿਰ ਰਹਿੰਦੇ ਆ, ਇਹ ਕਿਉਂ ਨਹੀਂ ਪਰਮੇਸ਼ਰ ਦਾ ਅੰਤ ਪਾ ਸਕੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸੁਣੋ। ਮਹਾਰਾਜ ਕਹਿਣ ਲੱਗੇ ਮਾਤ ਲੋਕ ਦੀ ਧਰਤੀ ਦਾ 100 ਸਾਲ ਬਤੀਤ ਹੋ ਜਾਵੇ ਨਾ, ਤੇ ਜਿਹੜੀ ਇੰਦਰਪੁਰੀ ਆ ਦੇਵਤਿਆਂ ਦੀ ਪੂਰੀ, ਉੱਥੇ ਇੱਕ ਰਾਤ ਤੇ ਇੱਕ ਦਿਨ ਬਣਦਾ ਹੈ।
ਉਹਨਾਂ ਦਾ ਇੱਕ ਰਾਤ ਤੇ ਇੱਕ ਦਿਨ ਹੁੰਦਾ ਹੈ। ਇੱਥੇ 100 ਸਾਲ ਬਤੀਤ ਹੋ ਜਾਵੇ ਤਾਂ ਉਹਨਾਂ ਦਾ ਇੱਕ ਰਾਤ ਦਿਨ ਬਣਦਾ ਇੰਦਰ ਦੇਵਤੇ ਦਾ। ਤੇ ਇੰਦਰ ਦੇਵਤੇ ਦਾ ਉਹਦੇ ਹਿਸਾਬ ਦੇ ਨਾਲ ਜੋ 2000 ਸਾਲ ਬਤੀਤ ਹੁੰਦਾ ਹੈ ਨਾ, ਮਹਾਰਾਜ ਕਹਿੰਦੇ ਬ੍ਰਹਮੇ ਦਾ ਇੱਕ ਰਾਤ ਦਿਨ ਬਣਦਾ ਹੈ। ਤੇ ਜਦੋਂ ਬ੍ਰਹਮੇ ਦਾ ਉਸ ਦੇ ਹਿਸਾਬ ਦੇ ਨਾਲ 100 ਸਾਲ ਬਤੀਤ ਹੁੰਦਾ, ਜਦੋਂ ਬ੍ਰਹਮਾ ਮਰਦਾ ਹੈ, ਕਹਿਣ ਲੱਗੇ ਜਿਹੜਾ ਵਿਸ਼ਨੂੰ ਹੈ ਨਾ, ਉਹਦਾ ਇੱਕ ਰਾਤ ਦਿਨ ਬਣਦਾ ਹੈ। ਤੇ ਜਦੋਂ ਉਸ ਵਿਸ਼ਨੂੰ ਦੇ ਰਾਤ ਦਿਨ ਦੇ ਹਿਸਾਬ ਦੇ ਨਾਲ ਜਦੋਂ ਵਿਸ਼ਨੂੰ ਦਾ 100 ਸਾਲ ਬਤੀਤ ਹੁੰਦਾ, ਜਦੋਂ ਵਿਸ਼ਨੂੰ ਮਰਦਾ, ਕਹਿਣ ਲੱਗੇ ਫਿਰ ਸ਼ਿਵ ਜੀ ਦਾ ਇੱਕ ਰਾਤ ਦਿਨ ਬਣਦਾ। ਤੇ ਜਦੋਂ ਸ਼ਿਵ ਜੀ ਦਾ ਉਸ ਹਿਸਾਬ ਦੇ ਨਾਲ 100 ਸਾਲ ਬਤੀਤ ਹੁੰਦਾ ਹੈ, ਮਹਾਰਾਜ ਕਹਿੰਦੇ ਕਿ ਜਿਹੜੀ ਕੁਦਰਤ ਹੈ ਨਾ, ਸ਼ਕਤੀ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਮਾਇਆ ਹੈ ਨਾ, ਇਹਦਾ ਇੰਨਾ ਸਮਾਂ ਬਣਦਾ, ਅੱਖ ਝਮਕਣ ਦਾ ਸਮਾਂ ਬਣਦਾ ਦਾ। ਪਰਮੇਸ਼ਰ ਦੀ ਮਾਇਆ ਦੇ ਅੱਖ ਝਮਕਣ ਸਮੇਂ ਦੇ ਵਿੱਚ ਇੰਨੇ ਜਿਹੜੇ ਯੁੱਗ ਬਤੀਤ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਏਡਾ ਵੱਡਾ ਪਰਮੇਸ਼ਰ ਹੈ। ਜਿਹੜੀ ਪਰਮੇਸ਼ਰ ਦੀ ਮਾਇਆ ਹੈ ਨਾ, ਉਹਨਾਂ ਦਾ ਤਾਂ ਵਿਸ਼ਨੂੰ ਸ਼ਿਵ ਜੀ ਵਰਗਿਆਂ ਨੇ ਨਹੀਂ ਅੰਤ ਪਾਇਆ, ਸ਼ਕਤੀ ਦਾ ਹੀ ਨਹੀਂ ਅੰਤ ਪਾਇਆ, ਤੇ ਪਰਮੇਸ਼ਰ ਦਾ ਅੰਤ ਕੌਣ ਪਾ ਲਊਗਾ? ਜਿਹੜੀ ਉਹਦੀ ਮਾਇਆ ਹੈ ਨਾ, ਉਹਦਾ ਮਾਇਆ ਦਾ ਹੀ ਅਜੇ ਤੱਕ ਅੰਤ ਨਹੀਂ ਹੋਇਆ ਕਿ ਕਿੱਡਾ ਕੁ ਵੱਡੀ ਉਹਦੀ ਮਾਇਆ ਹੈ। ਜਿਹੜੀ ਉਹਦੀ ਮਾਇਆ ਦੇ ਵਿੱਚ ਆ ਗਏ ਉਹ ਨਿਕਲ ਨਹੀਂ ਸਕਦੇ। ਤੇ ਪਰਮੇਸ਼ਰ ਦਾ ਅੱਗੇ ਵੱਖਰਾ ਨਾ, ਉਹ ਤਾਂ ਬੇਅੰਤ ਹੈ ਨਾ, ਉਹ ਤਾਂ ਮਾਇਆ ਤੋਂ ਉੱਪਰ ਆ, ਉਹਦਾ ਅੰਤ ਕਿਵੇਂ ਹੋ ਸਕਦਾ? ਨਹੀਂ ਪੈ ਸਕਦਾ। ਇੱਥੇ ਹੁਣ ਕਬੀਰ ਸਾਹਿਬ ਜੀ ਦੱਸ ਰਹੇ ਨੇ, ਬ੍ਰਹਮੈ ਕਥ ਕਥ ਅੰਤ ਨਾ ਪਾਇਆ। ਕਹਿਣ ਲੱਗੇ ਜਿਹੜਾ ਪਾਰਾਵਾਰ ਤੋਂ ਰਹਿਤ ਬ੍ਰਹਮ ਪਰਮੇਸ਼ਰ ਹੈ ਨਾ, ਉਹਦਾ ਅਜੇ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਨਾ ਉਹਦੇ ਗੁਣ ਕਰਕੇ, ਗੁਣਾਂ ਨੂੰ ਯਾਦ ਕਰਕੇ, ਉਹਦੀ ਵਡਿਆਈ ਕਰਕੇ, ਉਹਦੀ ਸੋਭਾ ਕਰਕੇ ਅਜੇ ਤੱਕ ਕਿਸੇ ਨੇ ਅੰਤ ਨਹੀਂ ਪਾਇਆ। ਉਹ ਬੜਾ ਬੇਅੰਤ ਹੈ। ਮਹਾਰਾਜ ਫਿਰ ਉਹਦਾ ਅੰਤ ਕਿਵੇਂ ਹੋ ਸਕਦਾ ਹੈ? ਮਹਾਰਾਜ ਕਹਿਣ ਲੱਗੇ ਉਹਨੂੰ ਇਹ ਕਹਿ ਦਿਓ ਕਿ ਮਹਾਰਾਜ ਤੂੰ ਬੇਅੰਤ ਹੈ। ਜਦੋਂ ਤੂੰ ਬੇਅੰਤ ਕਹਿ ਦੋਗੇ ਤਾਂ ਉਹਦਾ ਅੰਤ ਹੋ ਜਾਵੇਗਾ। ਜੇ ਤੁਸੀਂ ਉਹਦੇ ਅੰਤ ਨੂੰ ਪਾਉਣ ਤੁਰ ਪਏ, ਲੱਭਣ ਤੁਰ ਪਏ, ਫੇਰ ਨਹੀਂ। ਫਿਰ ਤਾਂ ਕਈ ਚੌਕੜੀਆਂ ਜਿਹੜੀਆਂ ਯੁੱਗ ਬਤੀਤ ਹੋ ਜਾਣਗੇ ਤੇ ਪਰਮੇਸ਼ਰ ਦਾ ਇੱਕ ਨਿਮਕ ਹੀ ਬਣਨਾ, ਤੇ ਤੁਸੀਂ ਉਹਦਾ ਕੀ ਅੰਤ ਪਾ ਲਓਗੇ? ਨਹੀਂ ਅੰਤ ਪੈ ਸਕਦਾ। ਇੱਥੇ ਕਹਿਣ ਲੱਗੇ ਬ੍ਰਹਮੈ ਕਥ ਕਥ ਅੰਤ ਨ ਪਾਇਆ। ਉਹਨੇ ਵੀ 4 ਵੇਦ ਲਿਖ ਕੇ ਕਥ 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 ਕਰਕੇ, ਕਥਨ ਕਰਕੇ, ਗੁਣਾਂ ਨੂੰ ਯਾਦ ਕਰਕੇ, ਕਬੀਰ ਭਗਤ ਜੀ ਕਹਿ ਰਹੇ ਨੇ ਉਹਨੇ ਅਜੇ ਤੱਕ ਅੰਤ ਹੀ ਨਹੀਂ ਪਾਇਆ ਕਿ ਪਰਮੇਸ਼ਰ ਕਿੱਡਾ ਬੇਅੰਤ ਹੈ, ਕਿੱਡਾ ਵੱਡਾ ਹੈ। ਕਿਉਂ ਕਰਕੇ ਕਿੱਡਾ ਵੱਡਾ ਹੈ? ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ। ਬ੍ਰਹਿਮੰਡ ਕੀ ਆ? ਜਿੰਨਾ ਸਾਰਾ ਵਰਲਡ ਹੈ ਨਾ, ਆਕਾਸ਼, ਜਿੰਨੇ ਸਮੁੰਦਰ, ਜਿੰਨੀ ਬਨਸਪਤੀ, ਸਾਰੇ ਵਰਲਡ ਦੇ ਵਿੱਚ ਇਹ ਇੱਕ ਬ੍ਰਹਿਮੰਡ ਹੈ। ਇੱਕ ਬ੍ਰਹਿਮੰਡ ਬਣਦਾ ਇਹਦਾ, ਜਿੰਨਾ ਵਰਲਡ ਹੈ। ਤੇ ਇਹੋ ਜਿਹੇ ਪਤਾ ਨਹੀਂ ਕਰੋੜਾਂ ਹੀ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਉਹ ਜਿਹੜਾ ਕਰੋੜਾਂ ਹੀ ਬ੍ਰਹਿਮੰਡਾਂ ਦਾ ਮਾਲਕ ਹੈ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ। ਤੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ, ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿਰਜੇ ਦਾਨੋ ਦੇਵਤੇ, ਤਿਨ ਅੰਦਰ ਬਾਦ ਰਚਾਇਆ, ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤਿੰਨੀ ਜੋਗ ਤਿੰਨੀ ਤਨ ਤਾਇਆ, ਤਿੰਨੀ ਤੇਰਾ ਅੰਤ ਨਾ ਪਾਇਆ। ਕਹਿੰਦੇ ਕਿ ਬ੍ਰਹਮਾ ਵੀ ਸਾਜਿਆ, ਵਿਸ਼ਨੂੰ ਵੀ ਸਾਜਿਆ, ਸ਼ਿਵ ਜੀ ਵੀ ਸਾਜਿਆ, ਦੇਵਤੇ ਵੀ ਬਣਾਏ, ਦੈਂਤ ਵੀ ਬਣਾਏ, ਦੈਂਤਾਂ ਨੂੰ ਮਾਰਨ ਵਾਸਤੇ ਦੁਰਗਾ ਰਚ ਦਿੱਤੀ। ਕਹਿੰਦੇ ਕਿ ਫਿਰ ਵੀ ਕਿਸੇ ਨੇ ਇਹਨਾਂ ਦੇ ਵਿੱਚ ਪਰਮੇਸ਼ਰ ਦਾ ਅੰਤ ਨਹੀਂ ਪਾਇਆ। ਤੇ ਇਸੇ ਵਾਸਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਬੀਰ ਭਗਤ ਜੀ, ਬ੍ਰਹਮੈ ਕਥ ਕਥ ਅੰਤ ਨਾ ਪਾਇਆ। ਉਸ ਰਾਜੇ ਨੂੰ, ਸੰਗਤ ਨੂੰ, ਪ੍ਰੇਮੀਆਂ ਨੂੰ ਕਬੀਰ ਭਗਤ ਜੀ ਕਹਿ ਰਹੇ ਨੇ ਕਿ ਜਿਸ ਪਰਮੇਸ਼ਰ ਦਾ ਕਿਸੇ ਨੇ ਅੰਤ ਨਹੀਂ ਨਾ ਪਾਇਆ, ਹੁਣ ਸਾਡੇ ਵੱਲੇ ਵੇਖ। ਕਹਿੰਦੇ ਕਿ ਮਨ ਦੇ ਰਾਮ ਲਿਆ ਹੈ ਮੋਲ। ਅਸੀਂ ਉਸ ਪਰਮੇਸ਼ਰ ਨੂੰ, ਰਾਮ ਨੂੰ ਆਪਣਾ ਮਨ ਦੇ ਕੇ ਨਾ, ਤਾਂ ਉਸ ਨੂੰ ਮੁੱਲ ਹੀ ਖਰੀਦ ਲਿਆ। ਕਹਿੰਦੇ ਰਾਮ ਭਗਤ ਬੈਠੇ ਘਰ ਆਇਆ, ਉਹ ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਏਡੀ ਵੱਡੀ ਉਹਦੀ ਸ਼ਕਤੀ ਮਾਇਆ ਦਾ ਜਿਹਦਾ ਅੰਤ ਨਹੀਂ ਨਾ,
ਤੇ ਉਸ ਪਰਮੇਸ਼ਰ ਨੂੰ ਅਸੀਂ ਘਰ ਬੈਠੇ ਹੀ ਪ੍ਰਾਪਤ ਕਰ ਲਿਆ। ਉਹਦੀ ਬੰਦਗੀ ਕੀਤੀ ਤੇ ਰਾਮ ਭਗਤ ਬੈਠੇ ਘਰ, ਉਹ ਸਾਡੇ ਘਰ ਆਣ ਕੇ ਬਹਿ ਗਿਆ, ਮੇਰੇ ਹਿਰਦੇ ਦੇ ਵਿੱਚ ਆਣ ਕੇ ਬੈਠ ਗਿਆ। ਅਸੀਂ ਉਹਦੀ ਪ੍ਰਾਪਤੀ ਕਰ ਲਈ ਹੈ। ਉਹ ਸਾਡੇ ਹਿਰਦੇ ਦੇ ਵਿੱਚ ਹੈ। ਜੋ ਬ੍ਰਹਮੰਡੇ ਸੋਈ ਪਿੰਡ, ਜੋ ਖੋਜਿਆ ਸੋ ਪਾਵੇ। ਕਹਿਣ ਲੱਗੇ ਜਿਹੜਾ ਸਾਰੇ ਬ੍ਰਹਮੰਡ ਦੇ ਵਿੱਚ ਰਮਿਆ ਹੋਇਆ ਨਾ, ਸਭ ਮੈਂ ਰਮਿਆ ਰਾਮ ਹਮਾਰਾ, ਉਹ ਰਾਮ ਹੁਣ ਸਾਡੇ ਘਰ ਦੇ ਵਿੱਚ ਹੀ ਆਣ ਕੇ ਬਹਿ ਗਿਆ। ਹੁਣ ਅਸੀਂ ਅੰਦਰੋਂ ਜਾ ਜਿਹੜੇ ਦਰਸ਼ਨ ਕਰ ਲੈਂਦੇ। ਕਬੀਰ ਸਾਹਿਬ ਨੂੰ ਕਾਜੀ ਬੁਲਾਣੇ ਕਹਿਣ ਲੱਗੇ, ਤੂੰ ਕਹਿਣਾ ਕਿ ਮੈਂ ਸਾਂਝਾ ਵਾਂ, ਮੈਂ ਮੁਸਲਮਾਨਾਂ ਦਾ ਵੀ ਹਿੰਦੂਆਂ ਦਾ ਵੀ ਸਾਂਝਾ ਹੈ। ਜੇ ਤੂੰ ਫਿਰ ਸਾਂਝਾ, ਚੱਲ ਸਾਡੇ ਨਾਲ ਮੱਕੇ ਤੇ ਦਰਸ਼ਨ ਕਰਕੇ ਆ, ਯਾਤਰਾ ਕਰਕੇ ਆ। ਕਬੀਰ ਸਾਹਿਬ ਕਹਿਣ ਲੱਗੇ, ਯਾਤਰਾ ਕਰਨ ਦਾ ਕੋਈ ਡਰ ਨਹੀਂ, ਮੈਂ ਜਾ ਸਕਦਾ, ਪਰ ਮੈਂ ਅੱਗੇ ਇੱਕ ਵਾਰ ਗਿਆ ਸਾਂ ਤਾਂ ਉਹ ਪਰਮੇਸ਼ਰ ਅੱਲਾ ਜਿਹੜਾ ਸਾਈਂ ਸੀ ਮੇਰੇ ਨਾਲ ਲੜ ਪਿਆ ਸੀ। ਕਬੀਰ ਹੋ ਹਜ ਕਾਬੇ ਜਾਏ ਥਾ, ਆਗੇ ਮਿਲਿਆ ਖੁਦਾਏ, ਸਾਈਂ ਮੁਝ ਸੋ ਡਰ ਪਿਆ, ਤੁਝੇ ਕਿਨ ਫਰਮਾਈ ਗਾਏ। ਕਹਿਣ ਲੱਗੇ ਸਾਈਂ ਤੇਰੇ ਨਾਲ ਲੜਿਆ ਕਿਉਂ? ਕਹਿਣ ਲੱਗਾ ਜਦੋਂ ਮੱਕੇ ਕਾਬੇ ਨੂੰ ਕਬੀਰ ਸਾਹਿਬ ਨੂੰ ਕਹਿੰਦੇ ਜਾ ਰਿਹਾ ਸਨ ਯਾਤਰਾ ਕਰਨ ਵਾਸਤੇ, ਤੇ ਅੱਲਾ ਅੱਗੋਂ ਆ ਗਿਆ, ਰਸਤੇ ਦੇ ਵਿੱਚ ਮਿਲ ਪਿਆ ਤੇ ਮੇਰੇ ਨਾਲ ਝਗੜ ਪਿਆ। ਇਹ ਕਬੀਰ ਤੈਨੂੰ ਕਿਹਨੇ ਦੱਸਿਆ ਕਿ ਮੈਂ ਇਕੱਲਾ ਮੱਕੇ ਦੇ ਵਿੱਚ ਰਹਿਣਾ? ਤੈਨੂੰ ਤੇ ਪਤਾ ਮੈਂ ਸਾਰਿਆਂ ਦੇ ਵਿੱਚ ਰਮਿਆ ਹਾਂ, ਤੂੰ ਕਿਹਦੇ ਕਹਿਣ ਤੇ ਜਿਹੜਾ ਯਾਤਰਾ ਤੇ ਚੱਲ ਪਿਆ? ਮੈਂ ਤਾਂ ਸਾਰਿਆਂ ਦੇ ਵਿੱਚ ਰਮਿਆ। ਕਹਿਣ ਲੱਗਾ ਕਬੀਰ ਸਾਹਿਬ ਜੀ ਕਹਿਣ ਲੱਗੇ ਅਸੀਂ ਤਾਂ ਫਿਰ ਰਸਤੇ ਦੇ ਵਿੱਚ ਮੋੜਾ ਪਿਓ ਤਾਂ ਸਾਰੇ ਜਗ੍ਹਾ ਦੇ ਵਿੱਚ ਹੈ, ਉਹ ਤੇ ਸਾਰੇ ਮੰਦਿਰਾਂ ਦੇ ਵਿੱਚ, ਮਸੀਤਾਂ ਦੇ ਵਿੱਚ, ਸਾਰੇ ਬ੍ਰਹਮੰਡ ਦੇ ਵਿੱਚ, ਸਾਰੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਬੈਠਾ ਹੋਇਆ ਹੈ। ਇਸ ਵਾਸਤੇ ਕਹਿਣ ਲੱਗੇ ਉਹ ਜਿਹੜਾ ਪਰਮੇਸ਼ਰ ਹੈ ਜਿਹਦਾ ਕੋਈ ਅੰਤ ਨਹੀਂ, ਜਿਹਨੇ ਬ੍ਰਹਮੇ ਨੇ ਕਥ ਕੇ ਕਥਨੀਆਂ ਕਰਕੇ ਕਥਾਵਾਂ ਲੈ ਕੇ ਅੰਤ ਨਹੀਂ ਪਾਇਆ। ਕਬੀਰ ਸਾਹਿਬ ਕਹਿੰਦੇ ਉਹ ਸਾਡੇ ਘਰ ਦੇ ਵਿੱਚ ਬੈਠਾ, ਉਹ ਸਾਡੇ ਹਿਰਦੇ ਦੇ ਰੂਪੀ ਘਰ ਦੇ ਵਿੱਚ ਆਣ ਕਰਕੇ, ਸਾਡੀ ਭਗਤੀ ਵੇਖ ਕਰਕੇ ਸਾਡੇ ਹਿਰਦੇ ਦੇ ਵਿੱਚ ਆਣ ਕਰਕੇ ਬੈਠ ਗਿਆ ਹੈ। ਕਹੋ ਕਬੀਰ ਚੰਚਲ ਮਤ ਤਿਆਗੀ। ਕਹਿਣ ਲੱਗੇ ਸਾਡੀ ਜਲਾਇਆ ਜਾਤ ਹੋਣ ਕਰਕੇ ਜਿਹੜੀ ਹੋਸ਼ੀ ਮੱਤ ਸੀ ਨਾ, ਉਹ ਹੁਣ ਸਾਡੀ ਨਾਸ ਹੋ ਗਈ ਹੈ। ਹੋਸ਼ਾਪਨ ਜਿਹੜਾ ਸਾਡਾ ਖਤਮ ਹੋ ਗਿਆ ਨਾ, ਐਨ ਧੀਰਜ ਦੇ ਵਿੱਚ ਆ ਗਏ, ਉਹ ਅਸੀਂ ਮਾਤੀ ਤਿਆਗ ਦਿੱਤੀ ਜਲਾਇਆ ਵਾਲੀ ਜਿਹੜੀ ਹੁੰਦੀ ਹੈ, ਤੇ ਸਾਡੇ ਹੁਣ ਧੀਰਜ ਆ ਗਈ ਹੈ, ਸਾਨੂੰ ਸੰਤੋਖ ਆ ਗਿਆ ਹੈ, ਸਾਡੇ ਹਿਰਦੇ ਦੇ ਵਿੱਚ ਗਿਆਨ ਆ ਗਿਆ ਹੈ, ਮਹਾਨ ਬ੍ਰਹਮ ਗਿਆਨ ਟਿਕ ਗਿਆ ਹੈ। ਇਸ ਕਰਕੇ ਅਸੀਂ ਉਹ ਮੱਤ ਵੀ ਤਿਆਗ ਦਿੱਤੀ ਜਿਹੜੀ ਚੰਚਲ ਮੱਤ ਸੀ, ਹੋਸ਼ੀ ਮੱਤ। ਕਿਉਂ ਕਰਕੇ ਰਾਮ ਬੈਠੇ ਘਰ ਆਇਆ ਨਾ, ਉਹ ਸਾਡੇ ਘਰ ਦੇ ਵਿੱਚ ਪਰਮੇਸ਼ਰ ਆ ਗਿਆ, ਤੇ ਉਹਨੇ ਐਸਾ ਸਖਿਆਤਕਾਰ ਹੋ ਕਰਕੇ ਜਿਹੜਾ ਉਹ ਸਾਡੀ ਜਿਹੜੀ ਹੋਸ਼ੀ ਮੱਤ ਹੈ, ਟੇਢੀ ਮੱਤ, ਉਹ ਤਿਆਗੀ ਗਈ, ਨਾਸ ਕਰ ਦਿੱਤੀ ਹੈ। ਕੇਵਲ ਰਾਮ ਭਗਤ ਨਿਜ ਭਾਗੀ। ਕਹਿਣ ਲੱਗੇ ਹੁਣ ਸਾਡੇ ਭਾਗਾਂ ਦੇ ਵਿੱਚ ਤਾਂ ਰਾਮ ਦੀ ਭਗਤੀ ਹੈ, ਅਸੀਂ ਤਾਂ ਉਹੀ ਹੁਣ ਕਰਦੇ ਹਾਂ, ਤੇ ਤੁਸੀਂ ਵੀ ਪਰਮੇਸ਼ਰ ਦੇ ਰਾਮ ਦੀ ਭਗਤੀ ਕਰਿਆ ਕਰੋ, ਪਰਮੇਸ਼ਰ ਦੇ ਨਾਲ ਜੁੜਿਆ ਕਰੋ, ਤੇ ਉਹਦੇ ਗੁਰੂ ਪਰਮੇਸ਼ਰ ਦੇ ਜਸ ਨੂੰ ਗਾਇਆ ਕਰੋ, ਗੁਣਾਂ ਨੂੰ ਗਾਇਆ ਕਰੋ, ਤੇ ਉਹਦੇ ਅੰਤ ਵਾਲੇ ਨਾਲ ਤੁਰਿਆ ਕਰੋ, ਤੇ ਨਾ ਸ਼ੰਕਾ ਕਰਿਆ ਕਰੋ। ਇਹਦੇ ਵਿੱਚ ਜੀਵਾਂ ਦਾ ਭਲਾ ਹੈ, ਤੇ ਉਹ ਤਾਂ ਬੜਾ ਪਰਮੇਸ਼ਰ ਬੇਅੰਤ ਹੈ, ਉਹਦਾ ਤਾਂ ਕੋਈ ਅੰਤ ਹੀ ਨਹੀਂ ਹੈ। ਸੋ ਇਹ ਅੱਜ ਦਾ ਵਿਚਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਬਖਸ਼ਿਆ ਹੈ। ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ। ਆਪੇ ਲਾਇਓ ਆਪਣਾ ਪਿਆਰ, ਗੁਰੂ ਸਾਹਿਬ ਜੀ ਬਖਸ਼ੋ, ਆਪਣੇ ਨਾਮ ਸਿਮਰਨ ਦੇ ਨਾਲ, ਬੰਦਗੀ ਦੇ ਨਾਲ, ਸੇਵਾ ਸਿਮਰਨ ਦੇ ਨਾਲ ਜੋੜ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡਾ ਵੀ ਜਿਹੜਾ ਉਧਾਰ ਕਰਨ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੋਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ। ਗੁਰੂ ਸਾਹਿਬ ਸੰਗਤ ਬਖਸ਼ਣਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ, ਸਾਰੇ ਸੇਵਾਦਾਰਾਂ ਦਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਸਾਰਿਆਂ ਦਾ ਧੰਨਵਾਦ, ਜਿਨ੍ਹਾਂ ਨੇ ਐਸੇ ਸਤਿਗੁਰਾਂ ਦੀ ਹਾਜ਼ਰੀ ਭਰਵਾ ਕੇ ਦਰਸ਼ਨ ਕਰਾਏ ਨੇ ਸੰਗਤਾਂ ਨੇ। ਸਾਰੀਆਂ ਸੰਗਤਾਂ ਦਾ ਧੰਨਵਾਦ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ, ਜਿਨ੍ਹਾਂ ਨੇ ਆਪਣੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਆਪ ਕਿਰਪਾ ਕਰਕੇ ਆਪਣਾ ਜਸ ਕਰਿਆ ਤੇ ਕਰਾਇਆ ਹੈ। ਗੁਰੂ ਕਾ ਜਸ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ, ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ। ਗੁਰੂ ਸਾਹਿਬ
ਸੰਗਤ ਬਖਸ਼ੀ ਤੋਂ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰਾਂ ਦਾ ਸ੍ਰੇਸ਼ਟ ਜਸ ਕਰਨ ਦਾ ਬਲ ਬਖਸ਼ਣਾ ਜੀ। ਕਹੋ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨਿਜ ਭਾਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।